ब्रह्मा विष्णु श्रैत अगणत तिनको मोह कया मन मद का। 84 लख जोनि उपाई रिजक दिया सब हों का तद का। सेवक कै भरपूर जुग जुग वह गुरु तेरा सब सदका। होवै सिफत खसम दी नूर अरशों कुरशों चटिया। तुद डिठे सच्चे पातशाह मल जन्म जन्म दी कटिया। सजन सच्चा पातशाह सिर शाहां दे शाह। जिस पास बैठिया सोहिया सबना दा विसाह। वाहिगुरु साहिब जी तुखारी महला पहला। ए मन मेरिया तू थिर रहो चोट न खावही राम। ए मन मेरिया तू थिर रहो चोट न खावही राम। ए मन मेरिया गुण गावहै सहज समावही राम। गुण गाए राम रसाय रस राम रसाए रसिया है। गुर ज्ञान अंजन सारहे। त्रैलोक दीपक शब्द चानण पंचदूत संगारहे। पै काट निर्भव तरह दुतर गुर मिल्या कारज सारे। रूप रंग प्यार हर स्यों हर आप कृपा धारे। ए मन मेरिया तू क्या ले आया क्या ले जायसी राम। ए मन मेरिया तां छुटसी जां भरम चुकायसी राम। धन संच हर हर नाम वखर गुर शब्द भाओ पछाण है। मैल पर हर शब्द निर्मल महल घर सच जान है। पत नाम पावै घर सिधावै झोल अमृत पीरसो। हर नाम ध्याइयै शब्द रस पाइयै। वड भाग जपियै हर जसो। हर नाम ध्याइयै
ਸ਼ਬਦ ਰਸ ਪਾਈਐ ਵਡ ਭਾਗ ਜਪੀਐ ਹਰ ਜਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਸ ਪਾਵਨ ਸ਼ਬਦ ਦੇ 5 ਬੰਦ ਹਨ। 2 ਬੰਦਾਂ ਦੀ ਵਿਚਾਰ ਆਪ ਜੀ ਨੇ ਕੱਲ੍ਹ ਸਰਵਣ ਕੀਤੀ ਸੀ। 2 ਬੰਦਾਂ ਦੀ ਵਿਚਾਰ ਆਪ ਜੀ ਨੂੰ ਸਤਿਕਾਰਯੋਗ ਭਾਈ ਲੋਕਿੰਦਰ ਸਿੰਘ ਜੀ ਗ੍ਰੰਥੀ ਸਾਹਿਬਾਨ ਗੁਰਦੁਆਰਾ ਨਾਨਕ ਪਿਆਓ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਸਰਬੱਤ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਗੁਰਸ਼ਬਦ ਦੀ ਵਿਚਾਰ ਸਰਵਣ ਕਰੋ। ਜ਼ਰੂਰੀ ਬੇਨਤੀ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਕਮੇਟੀ ਅਤੇ ਬੁੱਢਾ ਅਕਾਲੀ ਦਲ ਬੁੱਢਾ ਵੱਲੋਂ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੇ ਕੌਮ ਇਸ ਮਹਾਨ ਜਰਨੈਲ ਦੇ 300 ਸਾਲਾ ਜਨਮ ਸ਼ਤਾਬਦੀ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾ ਰਹੀ ਹੈ। ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ 8 ਵਜੇ ਨਗਰ ਕੀਰਤਨ ਆਰੰਭ ਹੋਵੇਗਾ, ਜੋ ਨਗਰ ਕੀਰਤਨ ਵੱਖ-ਵੱਖ ਇਲਾਕਿਆਂ ਤੋਂ ਹੁੰਦਾ ਹੋਇਆ 26 ਅਪ੍ਰੈਲ ਨੂੰ ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਹੁੰਚੇਗਾ। 27 ਤਰੀਕ ਨੂੰ ਜਲ ਵਿਹਾਰ ਨਹਿਰੂ ਨਗਰ ਵਿਖੇ ਖਾਲਸਈ ਖੇਡਾਂ ਹੋਣਗੀਆਂ। 28 ਤੇ 29 ਨੂੰ ਹਰ ਸਾਲ ਦੀ ਤਰ੍ਹਾਂ ਲਾਲ ਕਿਲ੍ਹੇ ਦੇ ਸਨਮੁਖ ਜੋ ਦਿੱਲੀ ਫਤਿਹ ਦਿਵਸ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ, ਸੋ 28 29 ਨੂੰ ਮਨਾਇਆ ਜਾਵੇਗਾ। ਸਰਬੱਤ ਸੰਗਤਾਂ ਨੂੰ ਬੇਨਤੀ ਹੈ, ਆ ਰਹੇ ਨਗਰ ਕੀਰਤਨ ਵਿੱਚ ਆਪ ਜੀ ਵੱਧ ਤੋਂ ਵੱਧ ਸ਼ਮੂਲੀਅਤ ਕਰੋ। ਖਾਲਸੀ ਖੇਡਾਂ ਅਤੇ ਦਿੱਲੀ ਫਤਿਹ ਦਿਵਸ ਵਿੱਚ ਵੀ ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਧ ਤੋਂ ਵੱਧ ਸਹਿਯੋਗ ਦੇਵੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। कोट पराध हमारे खंड अनिक विधि समझावो। हम अज्ञान अलप मत थोरी, तुम आपन बिरद रखावो। तुमरी शरण तुम्हारी आसा, तुम ही सजन सुहेले। रखो रखन हार दयाला, नानक कर के गोले। ज्यों बुलावे त्यों बोले हैं स्वामी, कुदरत कवन हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਤਖਤ ਛਤਰ ਦੇ ਮਾਲਕ, ਕਿਰਪਾ ਨਿਧਾਨ ਭਗਤ ਵਸ਼ਲ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਪਾਵਨ ਹਜ਼ੂਰੀ ਅੰਦਰ ਅਸ਼ਟਮ ਬਲਵੀਰਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਤਿਨਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਬਖਸ਼ਿਸ਼ ਭਰੇ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸਤਿਗੁਰਾਂ ਦੀ ਨਿਗ੍ਹੀ ਪਿਆਰੀ ਗੋਦ ਦਾ ਆਨੰਦ ਮਾਣ ਰਹੇ ਗੁਰੂ ਪਿਆਰ ਵਾਲਿਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਹੋਈ ਹੈ। ਆਪਣੀ ਜ਼ਿੰਦਗੀ ਦਾ ਸਭ ਤੋਂ ਉੱਤਮ ਕਰਮ ਮਾਲਕ ਦੀ ਇਬਾਦਤ ਕਰਨਾ, ਗੁਰੂ ਦੀ ਗੋਦ ਵਿੱਚ ਜੁੜ ਬੈਠ ਕੇ ਉਸ ਪਾਵਨ ਕਰਮ ਨੂੰ ਕਰਨ ਲਈ ਗੁਰੂ ਦੇ ਦਰ ਤੇ ਪਹੁੰਚੇ ਹਾਂ, ਜਿਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ, ਸਗਲ ਕਿਰਿਆ ਮਹਿ ਊਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਇਹ ਜ਼ਿੰਦਗੀ ਦੇ ਸਾਰੇ ਕਰਮਾਂ ਤੋਂ ਸ੍ਰੇਸ਼ਟ ਕਰਮ ਆਖਦੇ ਨੇ ਸਤਿਗੁਰੂ। ਗੁਰੂ ਦੀ ਗੋਦ ਵਿੱਚ ਸਤ ਸੰਗਤ ਵਿੱਚ ਜੁੜ ਬੈਠ ਕੇ ਆਪਣੇ ਮਨ ਦੀ ਮੈਲ ਨੂੰ ਲਾ ਲੈ। ਗੁਰੂ ਬਖਸ਼ਿਸ਼ ਨਾਲ ਇਸ ਕਰਮ ਨੂੰ ਕਰਦਿਆਂ ਹੋਇਆਂ ਗੁਰੂ ਦੇ ਦਰ ਤੇ ਪਹੁੰਚੇ ਹਾਂ। ਸਤਿਗੁਰ ਦੇ ਪਾਵਨ ਦਰ ਤੇ ਰੋਜ਼ਾਨਾ ਹੀ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਦਾ ਆਨੰਦ ਮਾਣਦੇ ਹੋ। ਵਿਚਾਰ ਅਧੀਨ ਪਾਵਨ ਸ਼ਬਦ ਜੋ ਸ਼ੰਤ ਦੇ ਰੂਪ ਦੇ ਵਿੱਚ ਹੈ, ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਸ ਤੁਖਾਰੀ ਰਾਗ ਦੇ ਵਿੱਚ 6ਵਾਂ ਸ਼ਬਦ ਹੈ, ਉਸ ਪਾਵਨ ਅੰਮ੍ਰਿਤਮਈ ਸ਼ਬਦ ਨੂੰ ਗੁਰੂ ਕੇ ਵਜ਼ੀਰ ਜੀ ਪਾਸੋਂ ਬੜੇ ਪਿਆਰ ਦੇ ਨਾਲ ਆਪ ਜੀ ਨੇ ਹੁਕਮ ਰੂਪ ਦੇ ਵਿੱਚ ਸਰਵਣ ਕੀਤਾ ਹੈ। ਆਓ ਗੁਰੂ ਅਸੀਸ ਲੈ ਕੇ ਇਸ ਪਾਵਨ ਸ਼ਬਦ ਦੀ ਵਿਚਾਰ ਦੀ ਆਰੰਭਤਾ ਕਰੀਏ। ਸਾਰੇ ਹੀ ਮਨ ਬਿਰਤੀਆਂ ਨੂੰ ਕਰੋ ਇਕਾਗਰ। ਜਿਹੜੇ ਸਤਿਗੁਰਾਂ ਦੀ ਗੋਦ ਵਿੱਚ ਜੁੜ ਬੈਠੇ ਹਾਂ ਜਾਂ ਦੇਸ਼ ਵਿਦੇਸ਼ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਰਾਹੀਂ ਸਤਿਗੁਰ ਦੇ ਪਾਵਨ ਦਰ ਦੀ ਸਾਂਝ ਪਾ ਰਹੇ ਹਨ, ਸਾਰੇ ਹੀ ਮਨ ਬਿਰਤੀਆਂ ਨੂੰ ਕਰੋ ਇਕਾਗਰ ਤੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਗੁਰੂ ਪਿਆਰ ਵਾਲਿਓ, ਗੁਰੂ ਨਾਨਕ ਪਾਤਸ਼ਾਹ ਜੀ ਦੇ ਤੁਖਾਰੀ ਰਾਗ ਦੇ ਇਸ ਪਾਵਨ ਸ਼ੰਤ ਦੇ ਦੋ ਪਾਵਨ ਬੰਦਾਂ ਦੀ ਵਿਚਾਰ ਆਪ ਜੀ ਨੇ ਕੱਲ ਬੜੇ ਪਿਆਰ ਦੇ ਨਾਲ ਸਰਵਣ ਕੀਤੀ ਹੈ। ਅੱਜ ਤੀਜਾ ਬੰਦ ਸਤਿਗੁਰੂ ਨੇ ਜੋ ਬਖਸ਼ਿਸ਼ ਕੀਤਾ, ਏ ਮਨ ਮੇਰਿਆ ਤੂੰ ਥਿਰ ਰਹੋ, ਚੋਟ ਨਾ ਖਾਵਹੀਂ ਰਾਮ। ਸਤਿਗੁਰ ਪਾਤਸ਼ਾਹ ਨੇ ਗੱਲ ਕੀਤੀ ਮਨ ਦੀ। ਗੁਰੂ ਪਿਆਰਿਓ, ਗੁਰਬਾਣੀ ਦੇ ਅੰਦਰ ਮਨ ਦਾ ਜਿਹੜਾ ਕਨਸੈਪਟ ਹੈ ਬਹੁਤ ਵਧੀਕ ਹੈ। ਤਨ ਨੂੰ ਜਿੱਥੇ ਸਮਝਾਇਆ, ਤਨ ਨੂੰ ਸਮਝਾਉਂਦਿਆਂ ਹੋਇਆਂ ਵੀ ਗੱਲ ਮਨ ਦੀ ਜ਼ਰੂਰ ਦਾਤਾਰ ਨੇ ਕੀਤੀ। ਜਿਵੇਂ ਕਿ ਗੁਰੂ ਅਮਰਦਾਸ ਪਿਤਾ ਜੀ ਦੇ ਆਪਾਂ ਰੋਜ਼ਾਨਾ ਹੀ ਬਚਨ ਪੜ੍ਹਦੇ ਹਾਂ ਕਿ ਇਹ ਸ਼ਰੀਰਾ ਮੇਰਿਆ, इस जग में आए कै क्या तुद कर्म कमाया, के कर्म कमाया तुद शरीरा जा तू जग में है आया। जिन हर तेरा रचन रचया सो हर
ਮਨ ਨਾ ਵਸਾਇਆ। ਗੱਲ ਤਨ ਦੀ ਕੀਤੀ, ਤਨ ਤੂੰ ਆਇਆ ਕਿਉਂ? ਪਰ ਤਨ ਦੇ ਵਿੱਚ ਆ ਕੇ ਵੀ ਇਹ ਗੱਲ ਕਰ ਰਹੇ ਨੇ ਵੀ ਤੂੰ ਰੱਬ ਨੂੰ ਮਨ ਵਿੱਚ ਨਹੀਂ ਵਸਾਇਆ। ਕਿਉਂਕਿ ਧਰਮ ਦੀ ਦੁਨੀਆ ਦੇ ਅੰਦਰ ਤਨ ਰਾਹੀਂ ਕੀਤਾ ਹੋਇਆ ਕਰਮ ਵੀ ਉਦੋਂ ਤੱਕ ਪ੍ਰਵਾਨ ਨਹੀਂ ਹੁੰਦਾ ਜਦੋਂ ਤੱਕ ਤਨ ਸ਼ਾਮਲ ਨਾ ਹੋ, ਤਨ ਦੇ ਨਾਲ ਮਨ ਸ਼ਾਮਲ ਨਾ ਹੋਵੇ। ਇੰਜ ਕਹਿ ਲਈਏ ਕਿ ਧਰਮ ਦੀ ਦੁਨੀਆ ਦੇ ਵਿੱਚ ਜੋ ਕਰਮ ਕਰਨਾ ਹੈ ਤਨ ਦੇ ਰਾਹੀਂ, ਉਸ ਕਰਮ ਦੇ ਵਿੱਚ ਮਨ ਦਾ ਸ਼ਾਮਲ ਹੋਣਾ ਅਤ ਜ਼ਰੂਰੀ ਹੈ। ਜੇ ਮਨ ਸ਼ਾਮਲ ਨਾ ਹੋਵੇ ਤੇ ਉਸ ਬੀਜੇ ਹੋਏ ਬੀਜ ਨੂੰ ਕਦੇ ਫਲ ਨਹੀਂ ਲੱਗਦਾ। ਇਹੋ ਹੀ ਕਾਰਨ ਸੀ ਗੁਰੂ ਨਾਨਕ ਮਹਾਰਾਜ ਨੂੰ ਸੁਲਤਾਨਪੁਰ ਦੀ ਧਰਤੀ ਤੇ ਕਾਜੀ ਤੇ ਨਵਾਬ ਨੂੰ ਇਹ ਗੱਲ ਆਖਣੀ ਪਈ ਵੀ ਤਨ ਕਰਕੇ ਨਵਾਜ਼ ਤੁਸੀਂ ਅਦਾ ਕੀਤੀ ਜੇ, ਪਰ ਮਨ ਤੁਹਾਡਾ ਸ਼ਾਮਲ ਨਹੀਂ ਤੇ ਮੈਂ ਨਵਾਜ਼ ਕਿਸ ਨਾਲ ਪੜਦਾ। ਇਹੀ ਗੱਲ ਬਾਦਸ਼ਾਹ ਦਰਵੇਸ਼ ਦੇ ਵੇਲੇ ਹੋਈ ਜਦੋਂ ਦੋ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਰਹੇ, ਦੋ ਬਾਹਰ ਰੰਗ ਰਲੀਆਂ ਵੇਖਣ ਤੁਰ ਗਏ ਤੇ ਹਜ਼ੂਰ ਨੂੰ ਕਹਿਣਾ ਪਿਆ ਸੀ ਵੀ ਇੱਥੇ ਤਾਂ ਇਹ ਕੁਝ ਵਰਤਿਆ ਕਿ ਹਾਜ਼ਰ ਗੈਰ ਹਾਜ਼ਰ, ਗੈਰ ਹਾਜ਼ਰ ਹਾਜ਼ਰ। ਕਿਉਂਕਿ ਜਿਹੜੇ ਹਾਜ਼ਰ ਨੇ ਗੁਰੂ ਦੀ ਹਜ਼ੂਰੀ ਵਿੱਚ ਨੇ ਉਹ ਮਨ ਕਰਕੇ ਹਾਜ਼ਰ ਨਹੀਂ। ਉਹ ਸੋਚਦੇ ਨੇ ਵੀ ਉਹ ਚੰਗੇ ਨੇ, ਗੁਰੂ ਤਾਂ ਸੁੱਤਾ ਹੈ, ਆਪਾਂ ਵੀ ਨਾਲ ਤੁਰ ਜਾਂਦੇ, ਚੰਗੇ ਹੁੰਦੇ, ਪਤਾ ਨਹੀਂ ਕੀ ਕੁਝ ਵੇਖਦੇ ਹੋਣਗੇ। ਤੇ ਜਿਹੜੇ ਬਾਹਰ ਨੇ ਉਹਨਾਂ ਦੇ ਮਨ ਦੇ ਵਿੱਚ ਇਹੋ ਹੀ ਖਿਆਲ ਹੈ ਵੀ ਗੁਰੂ ਕਿਤੇ ਜਾਗ ਨਾ ਗਿਆ। ਸਤਿਗੁਰੂ ਜਾਗ ਗਏ ਫਿਰ ਕੀ ਹੋਵੇਗਾ? ਮਨ ਗੁਰੂ ਦੇ ਚਰਨਾਂ ਦੇ ਵਿੱਚ, ਭਾਵ ਗੁਰਮਤ ਦੇ ਵਿੱਚ, ਧਰਮ ਦੀ ਦੁਨੀਆ ਦੇ ਵਿੱਚ ਮਨ ਦਾ ਸ਼ਾਮਲ ਹੋਣਾ ਅਤ ਜ਼ਰੂਰੀ ਹੈ ਕਰਮ ਕਰਦਿਆਂ ਹੋਇਆਂ। ਇਸ ਕਰਕੇ ਵਿਦਵਾਨ ਸੱਜਣਾ ਨੇ ਇਹ ਗੱਲ ਆਖ ਦਿੱਤੀ, ਪਿਆਰਿਆ ਕਰਮ ਦੇ ਨਾਲ ਨਾਲ ਜਦੋਂ ਤੂੰ ਧਰਮ ਦੀ ਦੁਨੀਆ ਵਿੱਚ ਕਰਮ ਕਰਨ ਤੁਰੇ ਮਨ ਨੂੰ ਸ਼ਾਮਲ ਕਰ ਲਈ। ਬਾਣੀ ਪੜਦਾ ਏ, ਸੇਵਾ ਕਰਦਾ ਏ, ਕੋਈ ਕਰਮ ਕਰਦਾ ਏ, ਚੇਤਾ ਰੱਖੀ ਉਸ ਕਰਮ ਨੂੰ ਕਰਦਿਆਂ ਮਨ ਦੀ ਸਾਂਝ ਜ਼ਰੂਰ ਪਵਾਈ। ਮਨ ਕਰਕੇ ਟਿਕ ਜਾਏਗਾ, ਮਨ ਕਰਕੇ ਸਾਂਝ ਪਏਗੀ ਤੇ ਗੱਲ ਪ੍ਰਵਾਨ ਹੈ। ਜਦੋਂ ਮਨ ਦੀ ਗੱਲ ਸਤਿਗੁਰੂ ਦੇ ਸਿਧਾਂਤਾਂ ਨੂੰ ਵੇਖਦਿਆਂ ਹੋਇਆਂ ਕਰਦਿਆਂ ਦਾਤਾਰ ਨੇ ਦੋ ਤਰੀਕੇ ਦੀ ਗੱਲ ਕੀਤੀ। ਇੱਕ ਆਖਿਆ ਵੀ ਇਹ ਮਨ ਬੜਾ ਖੋਟਾ ਏ, ਇਹਦੇ ਉੱਤੇ ਭਰੋਸਾ ਕਦੇ ਨਾ ਕਰ ਲੈਣਾ, ਪਤਾ ਨਹੀਂ ਕਦੋਂ ਕੋ ਥਿੜਕ ਸਕਦਾ ਏ। ਇਸ ਕਰਕੇ ਹਜ਼ੂਰ ਨੇ ਇੱਕ ਪਾਸੇ ਗੱਲ ਆਖੀ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੇਰਾ ਕੋਈ ਭਰੋਸਾ ਨਹੀਂ ਐ ਖੋਟੇ ਮਨ, ਤੂੰ ਮਹਾ ਉਦਮਾਦਾ, ਤੂੰ ਬਹੁਤ ਖਰਮਸਤੀ ਕਰਦਾ, ਬਹੁਤ ਦੌੜ ਭਜ ਕਰਦਾ ਏ। ਤੈਨੂੰ ਜੇ ਰੋਕਣਾ ਹੈ ਤੇ ਉਦੋਂ ਕਿ ਖਰ ਕਾ ਪੈਖਰ ਤਾਉ ਛੁਟੈ ਜੋ ਉੱਪਰ ਲਾਦਾ। ਪਿਆਰਿਆ ਇਹ ਖੋਤੇ, ਜਦੋਂ ਖੋਤੇ ਦੇ ਜੀਵਨ ਨੂੰ ਵੇਖਦੇ ਹਾਂ ਤੇ ਕੁਮਹਾਰ ਖੋਤੇ ਦੇ ਪੈਰ ਦੀ ਸੰਗਲ ਉਦੋਂ ਤੱਕ ਨਹੀਂ ਜੇ ਖੋਲਦਾ ਜਦੋਂ ਤੱਕ ਉਸਦੇ ਉੱਤੇ ਭਾਰ ਨਾ ਲੱਦਿਆ ਜਾਵੇ। ਸਤਿਗੁਰੂ ਕਹਿੰਦੇ ਮਨ ਨੂੰ ਢਿੱਲਾ ਨਾ ਛੱਡੀ ਜੇ ਟਿਕਾਣਾ ਚਾਹੁੰਦਾ। ਜੇ ਢਿੱਲਾ ਛੱਡ ਦਿੱਤਾ, ਵੇਲਾ ਛੱਡ ਦਿੱਤਾ ਤੇ ਇਸ ਦਾ ਕੋਈ ਭਰੋਸਾ ਨਹੀਂ। ਕਿਉਂਕਿ ਮਨ ਇੱਕ ਉਹ ਚੀਜ਼ ਹੈ, ਜਿਹੋ ਜਿਹਾ ਵੀ ਰੂਪ ਦੇਣਾ ਚਾਹੋ ਉਸ ਰੂਪ ਨੂੰ ਇਹ ਪ੍ਰਵਾਨ ਕਰ ਲੈਂਦਾ ਹੈ, ਜਿਹੋ ਜੀ ਰੰਗਤ ਦੇਣਾ ਚਾਹੋ ਉਸ ਰੰਗਤ ਨੂੰ ਪ੍ਰਵਾਨ ਕਰ ਲੈਂਦਾ। ਤੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਾਬਾ ਕਬੀਰ ਜੀ ਕਹਿੰਦੇ ਅਸਲ ਕਾਰਜ ਹੀ ਮਨ ਨੂੰ ਸਮਝਾਉਣ ਦਾ ਹੈ। ਇਸ ਕਰਕੇ ਗੱਲ ਆਖੀ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਓ ਕਹੈ ਕਬੀਰਾ, ਮਨਸਾ ਮਿਲਿਆ ਨਾ ਕੋਏ। ਕਹਿੰਦੇ ਮਨ ਦੇ ਨਾਲ ਹੀ ਜੀਵਨ ਦਾ ਕਾਰਜ ਹੈ। ਮਨ ਨੂੰ ਸਾਧ ਲਈਏ, ਮਨ ਨੂੰ ਕਾਬੂ ਕਰ ਲਈਏ ਤੇ ਜੀਵਨ ਦੀ ਕਾਮਯਾਬੀ ਹੈ। ਕਿਉਂਕਿ ਇਹ ਮਨ ਸ਼ਕਤੀ, ਇਹ ਮਨ ਸ਼ੀਓ, ਇਹ ਮਨ ਪੰਚ ਤਤ ਕੋ ਜੀਓ। ਜੇ ਇਹ ਵਿਕਾਰਾਂ ਵਾਲੇ ਪਾਸੇ, ਮਾਇਆ ਵਾਲੇ ਪਾਸੇ ਤੁਰ ਜਾਏ ਤੇ ਮਨ ਸ਼ਕਤੀ ਬਣ ਜਾਂਦਾ ਹੈ, ਭਾਵ ਮਾਇਆ ਦਾ ਰੂਪ ਵੀ ਅਖਤਿਆਰ ਕਰ ਲੈਂਦਾ ਹੈ, ਉਸ ਪਾਸੇ ਵੀ ਉਸ ਰੰਗਤ ਨੂੰ ਵੀ ਕਬੂਲ ਲੈਂਦਾ ਹੈ। ਇਹ ਮਨ ਸੀਓ,
ਇਹ ਸ਼ਕਤੀ ਵੀ ਰੱਬ ਦਾ ਰੂਪ ਵੀ ਅਕਾਲ ਪੁਰਖ ਦਾ ਰੂਪ ਵੀ ਬਣ ਜਾਂਦਾ ਹੈ। ਜਦੋਂ ਧਰਮ ਦੀ ਦੁਨੀਆ ਦੇ ਮਾਰਗ ਤੇ ਅਧਿਆਤਮਕ ਜੀਵਨ ਦਾ ਪਾਂਧੀ ਇਹ ਬਣ ਜਾਏ, ਆਪਣੇ ਆਪ ਦੀ ਪਛਾਣ ਕਰ ਲਏ, ਜਿਸ ਨੂੰ ਹਜ਼ੂਰ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੇ ਇਹ ਸ਼ਕਤੀ ਦੇ ਪਾਸੇ ਹੋ ਕੇ ਸਿਉ ਭਾਵ ਸ਼ਿਵ ਬਣ ਜਾਂਦਾ ਹੈ, ਅਕਾਲ ਪੁਰਖ ਦਾ ਰੂਪ ਬਣ ਜਾਂਦਾ ਹੈ। ਪਰ ਕਦੇ ਇਹ ਮਨ ਪੰਜ ਤੱਤ ਕੋ ਜੀਓ, ਇੱਕ ਦੇ ਪੰਦਾਂ ਤੱਤਾਂ ਦੇ ਰੂਪ ਵਿੱਚ ਭਾਵ ਸਰੀਰ ਦੇ ਨਾਲ ਸਰੀਰ ਦੇ ਜਿਹੜੇ ਗੁਣ ਨੇ, ਸ਼ਬਦ ਸਪਰਸ ਰੂਪ ਰਸ ਗੰਧ, ਇਹਨਾਂ ਪੰਜਾਂ ਤੱਤਾਂ ਦਾ ਰਸ ਮਾਣਨਾ ਆਰੰਭ ਕਰ ਦਿੰਦਾ ਹੈ। ਹਜ਼ੂਰ ਕਹਿੰਦੇ ਇਹ ਮਨ ਲੈ ਜੋ ਉਨਮਨ ਰਹਿ। ਜਦੋਂ ਇਸ ਮਨ ਨੂੰ ਕਿਤੇ ਕਾਬੂ ਕਰ ਲਈਏ, ਟਿਕਾ ਲਈਏ, ਤਾਂ ਉਨਮਨ ਰਹਿ ਤਾਂ ਖਿੜਾਓ ਵਿੱਚ ਟਿਕ ਜਾਂਦਾ ਹੈ। ਜੇ ਜਦੋਂ ਟਿਕ ਜਾਂਦਾ ਹੈ ਤਾਂ ਤੀਨ ਲੋਕ ਕੀ ਬਾਤਾਂ ਕਹੈ, ਇੱਕ ਦੀ ਨਹੀਂ, ਜਿਹੜਾ ਤਿੰਨਾਂ ਭਵਨਾਂ ਦੇ ਵਿੱਚ ਸੰਸਾਰ ਦੇ ਵਿੱਚ ਸਰਬ ਵਿਆਪਕ ਰੱਬ ਹੈ, ਉਸ ਰੱਬ ਦੀਆਂ ਫਿਰ ਇਹ ਗੱਲਾਂ ਕਰਦਾ ਹੈ, ਰੱਬ ਦੀ ਸਿਫਤ ਵਿੱਚ ਜੁੜ ਜਾਂਦਾ ਹੈ। ਇਸ ਕਰਕੇ ਹਜ਼ੂਰ ਕਹਿਣ ਲੱਗੇ ਪਿਆਰਿਆਂ ਮਨ ਨੂੰ ਸਮਝਾ, ਮਨ ਖੋਟਾ ਵੀ ਹੈ, ਮਨ ਰੱਬ ਦਾ ਰੂਪ ਵੀ ਹੈ। ਖੋਟੇ ਵਾਲੇ ਪਾਸੋਂ ਵਿਕਾਰਾਂ ਵਾਲੇ ਪਾਸੋਂ ਹਟਾ ਕੇ ਰੱਬ ਵਾਲੇ ਪਾਸੇ ਜੋੜ ਲੈ, ਸੰਸਾਰ ਤੋਂ ਹਟਾ ਕੇ ਨਿਰੰਕਾਰ ਵਾਲੇ ਪਾਸੇ ਜੋੜ ਲੈ। ਤੇ ਉਸ ਵਾਸਤੇ ਕੀ ਕਰਨਾ ਪਏਗਾ? ਹਜ਼ੂਰ ਕਹਿੰਦੇ ਇਹ ਮਨ ਮੇਰਿਆ ਤੂੰ ਥਿਰ ਰਹੋ, ਤੂੰ ਟਿਕ ਜਾ। ਤੇ ਮਨ ਨੂੰ ਟਿਕਾਉਣ ਵਾਸਤੇ ਇੱਕ ਉਦਮ ਕਰਨਾ ਪਏਗਾ, ਜਿਸ ਨੂੰ ਕਿ ਹਜ਼ੂਰ ਵਿੱਚ ਦੀ ਬਾਣੀ ਵਿੱਚ ਕਿਹਾ, ਕਹਿੰਦੇ ਮਨ ਹੈ ਹਾਥੀ, ਗੁਰੂ ਹੈ ਮਹਾਵਤ। ਗੁਰੂ ਦਾ ਗਿਆਨ ਹੈ ਇਸ ਹਾਥੀ ਦੇ ਸ਼ੀਸ਼ ਤੇ, ਮਹਾਵਤ ਦੇ ਹੱਥ ਵਿੱਚ ਕੁੰਡਾ। ਤੇ ਹਾਲਤ ਕੀ ਬਣੀ? ਹਜ਼ੂਰ ਕਹਿਣ ਲੱਗੇ ਮਨ ਕੁੰਚਰ, ਪੀਲਕ ਗੁਰੂ, ਗਿਆਨ ਕੁੰਡਾ, ਜਹ ਖਿੰਚੈ ਤਹ ਜਾਏ। ਕਹਿਣ ਲੱਗੇ ਪਿਆਰਿਆ ਮਨ ਤੇਰਾ ਹਾਥੀ ਹੈ, ਗੁਰੂ ਜਿਹੜਾ ਹੈ ਮਹਾਵਤ ਬਣਾ ਲੈ। ਗੁਰੂ ਦੇ ਗਿਆਨ ਨੂੰ ਉਹ ਕੁੰਡਾ ਬਣਾ ਜਿਹੜਾ ਮਹਾਵਤ ਦੇ ਹੱਥ ਦੇ ਚ ਲੋਹੇ ਦੀ ਛੜ ਹੁੰਦੀ ਹੈ। ਫਿਰ ਜਿਸ ਪਾਸੇ ਗੁਰੂ ਤੋਰੇ ਜਹ ਖਿੰਚੈ ਤਹ ਜਾਏ ਮਨ ਜਾਏਗਾ। ਨਹੀਂ ਤਾਂ ਚੇਤਾ ਰੱਖੀ ਨਾਨਕ ਕੁੰਡਾ ਬਾਹਰਾ, ਬਿਨਾ ਗੁਰੂ ਦੇ ਗਿਆਨ ਦੇ ਕੁੰਡੇ ਤੋਂ ਫਿਰ ਉਜੜ ਪਾਏ, ਫਿਰ ਦੌੜ ਭੱਜ ਕਰੇਗਾ, ਆਪ ਹੁਦਰੀਆਂ ਕਰਦਾ ਰਹੇਗਾ। ਜੇ ਮਨ ਨੂੰ ਟਿਕਾਣਾ ਹੈ ਗਿਆਨ ਦੇ ਰਾਹੀਂ ਟਿਕ ਸਕਦਾ ਹੈ, ਉਹ ਗਿਆਨ ਚਾਹੀਦਾ ਗੁਰੂ ਦਾ। ਤਾਈਓ ਹਜ਼ੂਰ ਦੀ ਬਾਣੀ ਵਿੱਚ ਅਸੀਂ ਰੋਜ਼ਾਨਾ ਹੀ ਆਸਾ ਕੀ ਵਾਰ ਦੇ ਵਿੱਚ ਇਹ ਬਚਨ ਸਰਵਣ ਕਰਦੇ ਹਾਂ ਕਿ ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਪਿਆਰਿਆ ਗਿਆਨ ਦਾ ਬੱਧਾ ਹੋਇਆ ਹੀ ਮਨ ਟਿਕ ਸਕਦਾ ਹੈ, ਜੇ ਬਿਨਾਂ ਗਿਆਨ ਤੋਂ ਰੋਕਣ ਦਾ ਯਤਨ ਕਰੇਗਾ ਤੇ ਟਿਕ ਨਹੀਂ ਸਕਦਾ। ਜਿਵੇਂ ਕਿ ਜਿਹੜਾ ਕੁੰਭ ਹੈ, ਜਿਹੜਾ ਘੜਾ ਹੈ, ਕੁੰਭੇ ਬੱਧਾ ਜਲ ਰਹਿ, ਉਸ ਦੇ ਵਿੱਚ ਜਲ ਟਿਕਿਆ ਰਹਿੰਦਾ ਹੈ। ਪਰ ਕੋਈ ਆਖੇ ਕੁੰਭ ਤਿਆਰ ਕਿਵੇਂ ਹੋਇਆ? ਬਿਨਾਂ ਪਾਣੀ ਤੋਂ ਤਿਆਰ ਨਹੀਂ ਹੁੰਦਾ। ਹਜ਼ੂਰ ਕਹਿੰਦੇ ਮਨ ਨੂੰ ਟਿਕਾਣਾ ਹੈ ਤੇ ਗੁਰੂ ਦੇ ਗਿਆਨ ਤੋਂ ਬਿਨਾਂ ਕਦੇ ਨਹੀਂ ਟਿਕ ਸਕਦਾ। ਇਸ ਕਰਕੇ ਪਿਆਰਿਆ ਗੁਰੂ ਦੇ ਗਿਆਨ ਨੂੰ ਜੀਵਨ ਦੇ ਵਿੱਚ ਟਿਕਾ ਤੇ ਅਵਸਥਾ ਬਣਾ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਉ, ਕਿਤੇ ਨਾ ਦੌੜ ਭੱਜ ਕਰ, ਗੁਰੂ ਤੇ ਅਕੀਦਾ ਰੱਖ ਲੈ, ਭਰੋਸਾ ਰੱਖ ਲੈ, ਗੁਰੂ ਦਾ ਗਿਆਨ ਜੀਵਨ ਵਿੱਚ ਧਾਰ ਲੈ। ਫਿਰ ਕੀ ਹੋਏਗਾ? ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ। ਗੁਰੂ ਨੇ ਤੇਰੇ ਕਾਰਜ ਸਵਾਰ ਦੇਣੇ ਨੇ ਜੇ ਤੇਰਾ ਮਨ ਟਿਕ ਗਿਆ। ਮਨ ਨੂੰ ਜਿਤਨਾ ਹੀ ਧਰਮ ਦੀ ਜੀਵਨ ਦਾ ਮਕਸਦ ਹੈ, ਤਾਈਓ ਗੁਰੂ ਨਾਨਕ ਮਹਾਰਾਜ ਨੇ ਕਿਹਾ ਮਨ ਜੀਤੈ ਜਗ ਜੀਤ। ਜੇ ਮਨ ਨੂੰ ਜਿੱਤ ਲਿਆ ਤਾਂ ਚੇਤਾ ਰੱਖੀ ਸੰਸਾਰ ਨੂੰ ਜਿੱਤ ਲਏਗਾ। ਪਰ ਪਿਆਰਿਓ ਧਿਆਨ ਰੱਖਣ ਯੋਗ ਗੱਲ ਹੈ, ਮਨ ਟਿਕਦਾ ਤਾਂ ਹੈ ਜਦੋਂ ਨਿਰਮਲ ਹੋ ਜਾਏ। ਜਦੋਂ ਤੱਕ ਨਿਰਮਲ ਨਹੀਂ ਹੁੰਦਾ ਉਦੋਂ ਤੱਕ ਇਹ ਟਿਕਦਾ ਨਹੀਂ। ਤੇ ਮੈਲ ਲੱਗੀ ਬਹੁਤ ਹੈ ਇਸ ਮਨ ਨੂੰ। ਹਜ਼ੂਰ ਨੇ ਕਿਹਾ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ,
काला हुआ स्या, बहुत ज्यादा मैला होया पिया जन्मां जन्मांतरां दे कर्मां दे सदका, इस करके टिकदा नहीं, ये भजदा फिरदा है। हर वेले मनुख एक विचार नूं रोकण दा यतन कर दूजे दे नाल सांझ पै जागदियां होया मनुख दे उदों भी मन जागदा है, सुत्या होया मनुख दे उदों भी मन जागदा है, मन टिकदा ही नहीं। जागदे होया भी संसार दे शरीर तो बाहर भटक रहे, पर जदों सुता है सुत्या होया भी सुपने दे विच अपने आप कोई ना कोई चित्र अपने जीवन विच वेख लैंदा है ते भटकदा फिरदा है। ते भाई साहब भाई गुरदास जी होरां ने एक गल आखी प्यारिया, कहंदे जिवें कि सोना है, सोना उदों तक कुठाली विच टिकदा नहीं जदों तक शुद्ध ना होए। शुद्ध हो जाता है ताप दे दे के, ता दे दे के ते टिक जाता है। ते सोने दी पछाणी ए भी जे टिकिया होया है कुठाली विच ते निर्मल है, शुद्ध है, जे नहीं टिकिया होया फिर मिलावट है। सतगुरु कहने मन दी भी ये पछाण भी मन जे शुद्ध हो गया फिर टिकिया रहेगा एक थां ते, फिर दौड़ेगा नहीं। फिर गुरु दे बचन ते गुरु दे अकीदे ते भरोसा रखेगा, दौड़ भज मिट जाएगी। पर जे कदे गुरु दे दर ते आ रहे हैं, कदे किसी होर कोल जा रहे हैं, कदे तीजे कोल, कदे चौथे कोल, फिर समझ लेना मन अजे टिकिया नहीं। इस करके भाई साहब भाई गुरदास जी होरां ने आखिया कि कंचन अशुद्ध ज्यों कुठारी ठहरात नहीं, शुद्ध पए नेह चल सब कै सकत है। कहने अशुद्ध सोना टिकदा ने, शुद्ध हो जाए फिर भजदा नहीं। इसी तरीके ने मनुख दी मन दी हालत नूं दातार कहण लगे, कहंदे दुरमत दुविधा भरमत चतुर कुंट। जदों दुरमत है, दुविधा है, मन दे विच मैल है, फिर चारा कोणियां दे विच दौड़ भज करदा है। गुरमत एक टेक मोन ना बकत है। जदों गुरु दी मत लै ले, गुरु दा ज्ञान लै ले, फिर बोता ना बोलदा है, चुप करके टिक जाता है। फिर दौड़ भजनी, मन टिक जाता। पर ख्याल रखना, कोई आखे भी मैं मन नूं टिका लिया, हजूर कहंदे तेरे हाथ नहीं, ये गुरु दे ज्ञान दे राही होएगा, रब दी बख्शिश नाल होएगा। मन दा ते इहो जी हालत है। कदे वेखो गुर इतिहास दे अंदर, कदे भाई जोगा गुरु दे जोगा बनया, गुरु दे दर ते रह गया, पर जिस दिन आनंद कारज कराउण लग्या, दो लावां छड़ के तुर पिया भी गुरु दा हुक्म आया है। इन्ना कु मन टिकिया होया, पर जदों निकलिया ते हालत ओ बनी हुशियारपुर दी धरती ते आके कि इत्थे आखदा भी हुण रात वेश्या दे दर ते गुजार लईए, इत्थे कौन वेखदा है। ये बेइतबारा मन है, इसदा कोई भरोसा नहीं। कोई आखे मैं संभाल लवांगा, हजूर कहंदे तेरे वस दी गल नहीं, ये तां गुरु दी समर्था है। जे कदे गुरु ने आखिया सी प्यारिया तू मेरे जोगा ते मैं तेरे जोगा, ते अज पूरी रात भी गुरु पहरा दे के भाई जोगे दे जीवन नूं बचा रहा। प्यारे जे मन नूं टिका ले ते गुरु तेरे जीवन नूं बचा लेगा। इस करके हजूर कहण लगे, कहंदे ए मन मेरेया तू थिर रहो, तू टिक जा, सहज विच आ। की होएगा? चोट ना खावही राम, फिर चोटा नहीं खाएगा विकारां दियां, संसार दियां चोटा नहीं खाएगा, जमा दियां चोटा नहीं खाएगा, पर गुरु दे ज्ञान नूं अपने पल्ले बनल, गुरु दी विचार नूं पल्ले बनल। जे गुरु दी गल नूं मन लिया ते धन गुरु नानक महाराज जपजी साहिब जी दी बाणी विच सानू रोज समझाउंदे ने कि मन्ने मुंह चोटा ना खाए, मन्ने जम के साथ ना जाए। जे गुरु दी गल नूं मन लिया फिर मुंह ते चोटा नहीं पैंगियां, चोटा तो बच जाएगा, जमा दे मार्ग तो बच जाएगा। हजूर कहने लगे मना तू टिक जा, सहज विच आ जा, मन दी लगाम गुरु नूं फड़ा दे। कदे गुरु नानक महाराज ने
ਜਦੋਂ ਭਾਈ ਲਹਿਣਾ ਜੀ ਮਿਲਣ ਆਏ ਨਾ ਪਹਿਲੀ ਵਾਰ ਸਤਿਗੁਰੂ ਨੂੰ, ਤੇ ਦਾਤਾਰ ਪਿਤਾ ਘੋੜੀ ਦੀ ਲਗਾਮ ਫੜ ਕੇ ਧਰਮਸ਼ਾਲ ਤੱਕ ਲੈ ਗਏ। ਤੇ ਜਦੋਂ ਦਾਤਾਰ ਦੇ ਅੰਦਰ ਧਰਮਸ਼ਾਲ ਵਿੱਚ ਦਰਸ਼ਨ ਕੀਤੇ, ਚਰਨਾਂ ਤੇ ਸ਼ੀਸ ਝੁਕਾਇਆ ਤੇ ਇਹ ਗੱਲ ਆਖੀ, ਦਾਤਾ ਜਿਸ ਨੂੰ ਮਿਲਣ ਆਇਆ ਉਹ ਮੇਰੇ ਘੋੜੇ ਦੀਆਂ ਲਗਾਮਾਂ ਫੜ ਕੇ ਆਇਆ। ਵੈਰਾਗ ਦੇ ਹੰਝੂਆਂ ਦੇ ਨਾਲ ਸਤਿਗੁਰ ਦੇ ਚਰਨਾਂ ਨੂੰ ਧੋ ਦਿੱਤਾ ਸੀ। ਤੇ ਮੇਰੇ ਮਾਲਕ ਨੇ ਉਸ ਵੇਲੇ ਇੱਕ ਗੱਲ ਆਖੀ ਸੀ, ਕਹਿੰਦੇ ਲਹਿਣਿਆ ਘੋੜੇ ਦੀ ਲਗਾਮ ਫੜਾਈ, ਗੁਰੂ ਨਾਨਕ ਦੇ ਘਰ ਪਹੁੰਚਾ ਦਿੱਤਾ। ਖਿਆਲ ਰੱਖੀ ਜਿਸ ਦਿਨ ਮਨ ਦੀ ਲਗਾਮ ਗੁਰੂ ਨੂੰ ਫੜਾ ਦੇਗਾ, ਫਿਰ ਤੈਨੂੰ ਨਿਰੰਕਾਰ ਦੇ ਘਰ ਪਹੁੰਚਾ ਦੇਗਾ। ਜੇ ਮਨ ਨੂੰ ਗੁਰੂ ਨੂੰ ਸੌਂਪ ਦਈਏ, ਗੁਰੂ ਨੂੰ ਲਗਾਮ ਮਨ ਦੀ ਫੜਾ ਦਈਏ, ਫਿਰ ਜ਼ਿੰਦਗੀ ਦਾ ਕੋਈ ਕਾਰਜ ਅਧੂਰਾ ਨਹੀਂ ਰਹਿ ਸਕਦਾ। ਤਾਈਓ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਆਖਦੇ ਨੇ ਕਿ ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਕਿ ਮਨ ਨੂੰ ਗੁਰੂ ਦੇ ਦਰ ਤੇ ਵੇਚ ਦੇ, ਜੀਵਨ ਦੀ ਅਵਸਥਾ ਬਣਾ ਤਨ ਮਨ ਧਨ ਸਭ ਸੌਂਪ ਗੁਰ ਕੋ। ਮਨ ਨੂੰ ਇੱਥੇ ਟਿਕਾ, ਗੁਰੂ ਦੇ ਦਰ ਤੇ ਟਿਕਾ। ਦਾਤਾ ਤੇਰਾ ਹੈ, ਮੇਰਾ ਨਹੀਂ ਹੈ, ਇਹ ਤੇਰੇ ਦਰ ਤੇ ਸੌਂਪ ਦਿੱਤਾ। ਜਿਸ ਲਈ ਰੋਜ਼ ਅਰਦਾਸ ਕਰਦੇ ਆ ਨਾ, ਸਿੱਖਾਂ ਦਾ ਮਨ ਨੀਵਾ ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਕੋਈ ਆਖੇ ਵੀ ਮੈਂ ਨਹੀਂ, ਸਤਿਗੁਰੂ ਕਹਿੰਦੇ ਗੁਰੂ ਨੂੰ ਸੌਂਪ, ਗੁਰੂ ਨੇ ਕਿਰਪਾ ਕਰ ਦੇਣੀ ਹੈ, ਰਹਿਮਤ ਕਰ ਦੇਣੀ ਹੈ, ਤੈਨੂੰ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਾ ਦੇਣਾ ਹੈ। ਹਜ਼ੂਰ ਕਹਿਣ ਲੱਗੇ ਮਨ ਤੂੰ ਟਿਕ ਜਾ, ਫਿਰ ਚੋਟਾਂ ਨਹੀਂ ਖਾਏਗਾ, ਫਿਰ ਦੁੱਖ ਨਹੀਂ ਜ਼ਿੰਦਗੀ ਦੇ ਵਿੱਚ ਆਏਗਾ। ਹਜ਼ੂਰ ਕਹਿਣ ਲੱਗੇ ਏ ਮਨ ਮੇਰਿਆ ਗੁਣ ਗਾਵੇ ਹੈ, ਸਹਿਜ ਸਮਾਵਹੀ RAM। ਕਹਿੰਦੇ ਇਹ ਮੇਰੇ ਮਨ ਤੂੰ ਰੱਬੀ ਗੁਣਾ ਦੇ ਨਾਲ ਸਾਂਝ ਪਾ, ਗੁਣ ਗਾਵੇ, ਗੁਣ ਗਾਣਾ ਸ਼ੁਰੂ ਕਰ। ਤੇ ਜਿਉਂ ਜਿਉਂ ਗੁਣ ਗਾਏਗਾ ਸਹਿਜ ਸਮਾਵਹੀ, ਸਹਿਜ ਵਿੱਚ ਟਿਕਦਾ ਜਾਏਗਾ। ਜੇ ਤਨ ਦੇ ਨਾਲ ਨਾਲ ਮਨ ਦੀ ਸਾਂਝ ਬਣੀ ਹੋਏਗੀ ਤੇ ਇੱਕ ਅਵਸਥਾ ਬਣ ਜਾਏਗੀ, ਜਿਹੜਾ ਤਨ ਰਾਹੀਂ ਰਸਨਾ ਰਾਹੀਂ ਆਪਾਂ ਕਰਮ ਕਰਾਂਗੇ। ਉਹ ਕਰਮ ਕੀ, ਜਿਸ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਰਸਨਾ। ਐ ਮੇਰੀ ਰਸਨਾ ਤੂੰ ਇੱਕ ਕੰਮ ਕਰ। ਕੀ ਕੰਮ ਕਰ? ਰਸਨਾ ਗੁਣ ਗੋਪਾਲ ਨਿਧ ਗਾਇਣ। ਇਹ ਰਸਨਾ ਤੂੰ ਗੋਪਾਲ ਦੇ ਗੁਣਾਂ ਨੂੰ ਗਾਉਣਾ ਸ਼ੁਰੂ ਕਰ। ਕੀ ਹੋਏਗਾ? ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਤੇਰੀ ਜ਼ਿੰਦਗੀ ਵਿੱਚ ਇਹ ਚੀਜ਼ਾਂ ਆ ਜਾਣਗੀਆਂ। ਸ਼ਾਂਤੀ ਆਏਗੀ, ਸਹਿਜ ਆਏਗਾ, ਰਹਿਸ ਆਏਗਾ। ਦਾਤਾਰ ਕਹਿੰਦੇ ਗੁਣ ਗਾਵੇਂ, ਗੁਣ ਗਾਵੇਂਗਾ ਸਹਿਜ ਸਮਾਵਈ, ਆਤਮਿਕ ਅਡੋਲਤਾ ਵਿੱਚ ਟਿਕ ਜਾਏਗਾ। ਜਿਉਂ ਜਿਉਂ ਰੱਬੀ ਗੁਣਾਂ ਨੂੰ ਧਾਰਨ ਕਰੇਗਾ, ਮਨ ਨੂੰ ਸੌਂਪ ਕੇ ਪਿਆਰਿਆ, ਫਿਰ ਇੰਨੀ ਕੁ ਅਡੋਲਤਾ ਆ ਜਾਏਗੀ, ਇੰਨਾ ਕੁ ਸਹਿਜ ਆ ਜਾਏਗਾ, ਫਿਰ ਸੰਸਾਰ ਦੀਆਂ ਗੱਲਾਂ ਦੀ ਪਰਵਾਹ ਨਹੀਂ। ਲੋਕੀ ਕੀ ਆਖਣਗੇ ਪਰਵਾਹ ਨਹੀਂ, ਜਦੋਂ ਮਨ ਟਿਕਿਆ ਹੋਏਗਾ ਗੁਰੂ ਦੇ ਚਰਨਾਂ ਦੇ ਵਿੱਚ। ਜਿਵੇਂ ਭਾਈ ਮੰਝ ਦਾ ਮਨ ਗੁਰੂ ਚਰਨਾਂ ਤੇ ਜਦੋਂ ਟਿਕ ਗਿਆ, ਗੁਰੂ ਦੇ ਭਰੋਸੇ ਤੇ ਅਕੀਦੇ ਤੇ ਟਿਕ ਗਿਆ, ਘਰ ਦਾ ਪੀਰਖਾਨਾ ਵੀ ਢਾਹ ਦਿੱਤਾ। ਲੋਕਾਂ ਨੇ ਬੜਾ ਮਾੜਾ ਆਖਿਆ, ਲੋਕਾਂ ਨੇ ਚੌਧਰੀ ਦੇ ਪਦ ਤੇ ਵੀ ਹਟਾ ਦਿੱਤਾ, ਪਰ ਉਹ ਗੁਰੂ का प्यारा गुरु के इन बचनों को अपनी जिंदगी में धारण कर बैठा है कि जब हम चली ठाकुर पे हार, जब हम शरण प्रभु की आई, राख प्रभु भावे मार। फिर लोगन की चतुराई उपमा ते बैसंतर जार, भावे भला कहो भावे बुरा कहो, हम तन दियो है ढार। हुण गुरु दे उत्ते अपना तन अर्पण कर दिता, मन अर्पण कर दिता, ते जिसने अर्पण कर दिता किन्ना कुछ टिकिया आत्मक अडोलता दे विच कि एक दिन वो अवस्था आ गई कि मेरे हजूर गुरु अर्जन देव महाराज नूं कहना पिया कि मंझ प्यारा गुरु नो गुर मंझ प्यारा, मंझ गुरु का बोह था जग लंघनहारा। ये आशीषां बख्श दित्तियां। इस करके हजूर कहंदे गुणा दे नाल सांझ पा,
रब्बी गुण अपनी जिंदगी विच धारण कर, फिर डोलेगा नहीं, टिक जाएगा। फिर किन्नियां भी हनेरियां आण, किन्ने भी झखड़ झुलन, कदे पर्वत जिहड़ा सुमेर है वो डोलदा नहीं। प्यारा तू सुमेर पर्वत दे वांग आहिल हो जाएगा, एक थां ते टिक जाएगा। फिर जिन्नियां भी विकारां दियां हनेरियां आण, जिन्ने भी संसार दे लोकां दे झक्कड़ झुलन तेरे उत्ते, भावें किन्ना भी दुख आवे तू डोलेगा नहीं। जदों गुणा दे नाल सांझ बन जाए, मन टिक जाए, फिर डोलदा नहीं। भावें फिर सिर लाए जाण, भावें आरियां ते चीरे जाण, भावें उबलदियां देगां विच उबाले जाण, भावें जंगलां विच रह के गुजारा करना पए, भावें के बच्चियां दे टोटे टोटे करके गलां विच हार पवाए जाण, पर अडोलता नहीं मुकदी, सहज नहीं मुकदा। उदों यही अरदास होंदी है, मालिका दिन तेरे भाने विच सुख दा बतीत होया है, रहन आई अपने भाने विच बतीत कराई। फिर यही अरदास निकलदी है, क्योंकि सहज विच टिक जाता है। हजूर कहन लगे, गुण गाए राम रसाए रसिए, गुर ज्ञान अंजन सार है। कहंदे गुरु दे ज्ञान दा सुरमा अपनी अखां विच पा, गुर ज्ञान अंजन। गुरु एक दीपक है, उस दीपक दे विचों जिहड़ा ज्ञान दा सुरमा निकलदा है, उसनूं अखां विच पा। जिवें पुराने समयां दे विच आपां वेखदे सां, घरां दे विच घर दीयां बीबियां घर दे विच ही सुरमा तैयार कर लैंदियां सी। बड़ा सौखा जिहा तरीका हुंदा सी भी दीपक लिया, उस दे विच सरों दा तेल पाया, ते उस दे उत्ते कोई ना कोई जगा के ते लोहे दा भांडा रख दिता, उस दे विच जिहड़ी कालख इकत्तर हुई उसनूं बच्चों दी अखां विच ला दिता जांदा सी। ते सब तो उत्तम मन्निया जांदा सी भी इस तो वधीक सुरमा कोई दूजा नहीं अखां दी रोशनी वास्ते, बाहरों बाजारों नहीं सी खरीददे। हजूर कहंदे प्यारे उस दीपक विचों जिहड़ा निकलिया वो बड़ा कीमती। हजूर कहंदे गुरु तेरा जिहड़ा है दीपक है, इस दीपक विचों जिहड़ा सुरमा निकल रहा है ना ज्ञान दा, इस ज्ञान दे सुरमे नूं अखां विच पा, जिसनूं गुरु अर्जन देव महाराज कहंदे ज्ञान अंजन गुर दिया। गुरु ने ज्ञान दा सुरमा पाया, ते जदों पाया अज्ञान अंधेर विनाश। सुरमा पाउण दा मकसद की हुंदा है भी अखां दे जिहड़ी मैल है, जिहड़ी मलीनता है वो खत्म हो जाए, अखां दी रोशनी वध जाए। हजूर कहंदे गुरु दे ज्ञान दे सुरमे दा मतलब ये जिहड़े भरम दे पड़दे पए होए ने, जिन्हां दे नाल रब तो दूरी बनी हुई है, जिन्हां दे नाल कर्म कांडां दे च उलझ गया है, सतगुर कहंदे ओ भरम तेरे कट्टे जाणगे। ते की होएगा? सतगुरु कहंदे ज्यों ज्यों गुरु दे ज्ञान दा सुरमा अखां दे विच पावेगा, रब्बी गुणा दे नाल सांझ पाएगा, ते गुणा दे विच रसाए रसिए रस जाएगा, एकमिक हो जाएगा, अभेदता हो जाएगी। फिर कह सकदा है रब्बी गुण गाउंदियां गाउंदियां जदों अभेदता होएगी, रच मिच जाएगा रसां दे विच, ते आखेगा फिर कि तोही मोही मोही तोही अंतर कैसा। फिर किहो जा अंतर? फिर ता हर का सेवक सो हर जेहा, भेद ना जानो मानस देहा। फिर कोई भेद नहीं, क्योंकि जिन्हां हर जपिया से हर होए। जिन्हां ने रब नूं आराध लिया, गुण गा ले, रब दा रूप बन जांदे ने। हजूर कहने त्रै लोक दीपक शब्द चानण। दातार ने गल स्पष्ट कर दिती इत्थे, कहंदे तिन लोकां दा जिहड़ा दीवा है चानण देण वाला, सारियां नूं चानण कौन दे रहे? सारियां दे अंदर चानण किवें है? गुरु नानक महाराज आखदे ने सब मैं जोत, जोत है सोए तिस दा चानण सब में चानण होए। उसे दे चानण दे राही सबना दे विच चानण है। भाव रब एक दीपक। सतगुर कहंदे त्रै लोक दीपक शब्द चानण। प्यारिया गुरु तेरा दीवा, रब तेरा दीपक। तो एक कम कर,
चेता रखी गुरु जेड़ा है वो जगदा होया दीवा है। दीपक तो बहुत ने पर ख्याल करियो बुझे हुए दीपक कदे चानण नहीं करदे। चानण वो करदा है जेड़ा जगदा होवे। ते हजूर दी बाणी कह रही है सतगुर शब्द उजारो दीपा। गुरु एक जगदा होया दीपक है ते बिन स्यो अंधकार तेह मंदर रतन कोठड़ी खुली अनूपा। प्यारे संसार दे डॉक्टर थक गए, पता नहीं किन्ने को ऑपरेशन किते होणगे, किन्ने को मनुखा दे तन नूं चीरिया होवेगा, पर कोई डॉक्टर अज तक ये आखे भी मैं अज दे तन नूं चीरिया ते मैनू कीमती पदार्थ लभे, मैनू हीरे ते मोती लभ गए, मैनू जवाहर माणिक लभ गए, कोई नहीं आखेगा। पर हजूर दी बाणी कह रही है कि जदों तेरे अंदर दी अज्ञानता मिट गई ते रतन कोठड़ी, ये रतना दी कोठड़ी खुली अनूपा, इस दे विचों तैनूं कीमती पदार्थ लभणगे। जे गुरु दी विचार नूं कबूल लएगा ते ख्याल रखी मत विच रतन जवाहर माणिक। जे एक गुर की सिख सुनी, जे गुरु दी विचार नूं कबूल लिया तेरे अंदर ये सब कुछ पैदा होएगा। दातार कहने लगे शब्द चानण है, जगदा होया दीपक है। ते जिथे दीपक दा प्रकाश होवे उत्थे की हुंदा है, हनेरा नाश हो जाता है, खत्म हो जाता है। दीवा बलै अंधेरा जाए, अंधकार मिट जाता है, क्योंकि जह ज्ञान प्रकाश अज्ञान मिटंत। जिथे ज्ञान होवे अज्ञान खत्म हो जाता है। ते प्यारे तेरे अंदर दी अज्ञानता बाहरले चढ़े हुए सूरज नाल नहीं खत्म हो सकती, बाहर दे चंद्रमा दे नाल नहीं खत्म हो सकती। जे होवेगी ते हजूर कहन लगे गुरु दे ज्ञान राही। ताई रोज आपां बचन पढ़ते हाँ, जे सो चंदा उगवे सूरज चढ़े हजार, एते चानण होंदियां गुर बिन घोर अंधार। ताइयों भट्ट साहिबान ने आख दिता गुर बिन घोर अंधार। गुर बिन समझ ना आवे, गुर बिन सुरत ना सिद्ध, गुरु बिन मुकत ना पावे। प्यारे गुरु दे ज्ञान तो बिना चानण नहीं हो सकता, क्योंकि गुरु ही चानण है, गुरु ही जगदा होया दीपक है। प्यारे इस दीपक नूं अपने हिरदे दा श्रृंगार बना, अपने जीवन दा श्रृंगार बना। इस गुरु नूं अपने हिरदे विच टिका, अवस्था बना ले गुर मेरे संग सदा है नाले। गुरु नूं नाल रख की होएगा, सतगुर पंच दूत संघार है। प्यारिओ चेता रखण वाली गल है, चोर चोरी कदों करदा है? जदों घर दे मनुख सुते होण अते घर दे विच हनेरा होवे। जे घर दे लोग जागदे होण बोलदे होण तां भी चोर दा हिया नहीं पैंदा भी घर वड़ के ते मैं चोरी कर लवां। जे घर दे लोग सुते ने ते चानण हो रहा है तां भी हिया नहीं पैंदा, वो सोचदा भी चानण है, जाना है ते खतरनाक है। हो सकदा है जागदे होण सुते भी होण घर दे ते घर दे विच हनेरा होवे, चोरी होंदी है। ते हजूर कहंदे मनुख दे जीवन दी हालत ही है, मनुख दे जीवन दे अंदर दे जेड़े ज्ञान इंद्रे ने उस सुते पए ने। इथों तक मन भी सोया होया है। ते हजूर ने क्या प्यारिया, जदों हर कोई सुता होवे फिर चोरी होनी लाजमी है। सतगुरु ने इस करके एक गल कही कि इस ग्रह में कोई जागत रहे। जे कोई जागदा होएगा फिर साबत वस्त वो अपनी लह, फिर वो साबत वस्त नूं गुणा नूं संभाल सकदा है। नहीं तो हालत यही है कि नैनो हो नींद पर दृष्टि विकार, श्रवण सोए सुन निंद विचार, रसना सोई लोभ मीठे साध, मन सोया माया विस्माद। ये हर एक चीज तो सुती हुई है, फिर घर विच तां चोरी होनी लाजमी है। अंदर अज्ञानता दा अंधकार, बाहर ते ज्ञान इंद्रे सुते होए, ते फिर ये अमृत दा खजाना हजूर कहंदे पंजे चोर लुटी जा रहे हैं। रोजाना चोरी हो रही है।
ਹਜੂਰ ਨੇ ਕਹਿ ਦਿੱਤਾ ਘਰ ਵਿੱਚ ਵਸ ਗਏ ਚੋਰ ਤੇਰੇ ਆ ਕੇ ਤੇ ਲੁੱਟੀ ਜਾਂਦੇ ਨੇ। ਇਸ ਦੇਹੀ ਮੈਂ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਤੇ ਕਰਦੇ ਕੀ ਨੇ? ਅੰਮ੍ਰਿਤ ਲੁੱਟੈ, ਤੇਰੇ ਅੰਮ੍ਰਿਤ ਨੂੰ ਲੁੱਟ ਰਹੇ ਨੇ, ਤੇਰੇ ਸ਼ੁਭ ਗੁਣਾਂ ਨੂੰ ਲੁੱਟ ਰਹੇ ਨੇ। ਮਨਮੁਖ ਨਹੀਂ ਬੁਝੈ। ਜਿਹੜਾ ਮਨ ਦੇ ਪਿੱਛੇ ਤੁਰਨ ਵਾਲਾ ਹੈ, ਭਰਮਾਂ ਦੇ ਵਿੱਚ ਫਸਿਆ ਹੋਇਆ ਹੈ, ਹਨੇਰੇ ਦੇ ਵਿੱਚ ਠੇਡੇ ਖਾ ਰਿਹਾ, ਸਤਿਗੁਰ ਕਹਿੰਦੇ ਲੁੱਟਿਆ ਜਾ ਰਿਹਾ। ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁਝੈ, ਤੇ ਕੋਈ ਨਾ ਸੁਣੈ ਪੁਕਾਰਾ, ਕੋਈ ਪੁਕਾਰ ਸੁਣਨ ਵਾਲਾ ਨਹੀਂ। ਹਜੂਰ ਕਹਿਣ ਲੱਗੇ ਪਿਆਰਿਆ, ਸ਼ਬਦ ਦੇ ਚਾਨਣ ਦੇ ਵਿੱਚ ਜੀਵਨ ਨੂੰ ਜੀ। ਤੇਰੇ ਅੰਦਰ ਦੀ ਜਿਹੜੀ ਚੋਰੀ ਹੋ ਰਹੀ ਹੈ ਸ਼ੁਭ ਗੁਣਾਂ ਦੀ, ਅੰਮ੍ਰਿਤ ਦੀ, ਕਿਉਂਕਿ ਇਸ ਅੰਦਰ ਅੰਮ੍ਰਿਤ ਟਿਕਿਆ ਹੈ। ਦਾਤਾਰ ਨੇ ਕਿਹਾ ਹੈ ਕਿ ਅੰਤਰ ਖੁਹਟਾ ਅੰਮ੍ਰਿਤ ਭਰਿਆ, ਅੰਦਰ ਅੰਮ੍ਰਿਤ ਦਾ ਖੂਹ ਭਰਿਆ ਹੋਇਆ, ਪਰ ਚੋਰ ਲੁੱਟ ਰਹੇ ਨੇ, ਭਾਂਡਾ ਖਾਲੀ ਹੋ ਰਿਹਾ ਹੈ। ਪਰ ਜਿਹੜਾ ਕੋਈ ਗੁਰੂ ਦੇ ਸਨਮੁਖ ਹੋ ਗਿਆ, ਸ਼ਬਦ ਦਾ ਚਾਨਣ ਕਰ ਲਿਆ, ਫਿਰ ਸ਼ਬਦ ਦੇ ਕਾੜ ਪੀਏ ਪਨਿਹਾਰੀ, ਫਿਰ ਉਹ ਪਾਣੀ ਭਰਨ ਵਾਲੀ ਸ਼ਬਦ ਦੇ ਰਾਹੀਂ ਆਰਾਮ ਦੇ ਨਾਲ, ਬੜੇ ਰਸ ਦੇ ਨਾਲ ਇਸ ਸ਼ਬਦ ਦਾ ਆਨੰਦ ਮਾਣ ਕੇ ਅੰਮ੍ਰਿਤ ਦਾ ਆਨੰਦ ਮਾਣਦੇ ਨੇ। ਹਜੂਰ ਕਹਿਣ ਲੱਗੇ ਪਹਿ ਕਾਟ ਨਿਰਭਉ ਤਰਹਿ ਦੁਤਰ, ਗੁਰ ਮਿਲਿਆ ਕਾਰਜ ਸਾਰੇ। ਕਹਿੰਦੇ ਪਿਆਰਿਆ, ਗੁਰੂ ਨੂੰ ਮਿਲ ਕੇ ਜੀਵਨ ਨੂੰ ਸਵਾਰ ਲੈ। ਗੁਰੂ ਦੇ ਬਿਨਾਂ ਤੇਰੀ ਜ਼ਿੰਦਗੀ ਦਾ ਕਾਰਜ ਪੂਰਨ ਨਹੀਂ ਹੋਏਗਾ। ਇੰਜ ਕਹਿ ਲਈਏ ਵੀ ਜਦੋਂ ਤੱਕ ਜੀਵਨ ਦੇ ਵਿੱਚ ਗੁਰੂ ਨਹੀਂ, ਜਿਸ ਦੇ ਜੀਵਨ ਵਿੱਚ ਪੂਰਾ ਗੁਰੂ ਨਹੀਂ, ਉਸ ਦੀ ਜ਼ਿੰਦਗੀ ਦਾ ਜਿਹੜਾ ਕਾਰਜ ਹੈ ਨਾ, ਉਹ ਕਦੇ ਪੂਰਨ ਨਹੀਂ ਹੋ ਸਕਦਾ। ਨਾ ਅੱਜ ਤੱਕ ਕਿਸੇ ਦਾ ਹੋਇਆ ਤੇ ਨਾ ਹੋਵੇਗਾ। ਜਿਨ੍ਹਾਂ ਦੇ ਵੀ ਕਾਰਜ ਪੂਰੇ ਹੋਏ ਨੇ, ਉਹ ਕਾਰਜ ਕੀ ਭਈ ਪ੍ਰਾਪਤ ਮਾਨੁਖ ਦੇ ਹੁਰਿਆ ਗੋਬਿੰਦ ਮਿਲਣ ਕੀ। ਇਹ ਕਾਰਜ ਪੂਰਾ ਹੋਏਗਾ ਗੁਰੂ ਨੂੰ ਮਿਲ ਕੇ, ਕਿਉਂਕਿ ਗੁਰੂ ਦੀ ਸਿਫਤ ਹੈ ਕਿ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਇਸ ਕਰਕੇ ਹਜੂਰ ਕਹਿਣ ਲੱਗੇ ਗੁਰੂ ਨੂੰ ਮਿਲ ਕੇ ਕਾਰਜ ਸਵਾਰ। ਗੁਰੂ ਦੇ ਕੋਲ ਪਹੁੰਚੇਗਾ ਤੇ ਕੀ ਹੋਏਗਾ? ਪਹਿ ਕਾਟ ਨਿਰਭਉ। ਗੁਰੂ ਦੇ ਨਾਮ ਦੇ ਨਾਲ, ਨਿਰਭਉ ਦੇ ਨਾਲ ਜੁੜਿਆ ਤੇਰੇ ਅੰਦਰ ਦਾ ਭੈ ਖਤਮ ਹੋਏਗਾ, ਭੈ ਖਤਮ ਹੋ ਜਾਏਗਾ, ਕਿਉਂਕਿ ਨਿਰਭਉ ਤੇਰੇ ਕੋਲ ਵਸਦਾ ਹੈ। ਤੇ ਨਿਰਭਉ ਸੰਗ ਤੁਮਾਰੇ ਬਸਤਾ, ਇਹ ਡਰਨ ਕਹਾਂ ਤੇ ਆਇਆ। ਇਹ ਡਰ ਕਿੱਥੋਂ ਆਏਗਾ? ਹਜੂਰ ਤਾਂ ਰੋਜ਼ ਕਹਿੰਦੇ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਿਰਭਉ ਨੂੰ ਜਪ ਕੇ ਭੈ ਮਿਟ ਜਾਂਦਾ ਏ। ਸਤਿਗੁਰ ਕਹਿਣ ਲੱਗੇ ਭੈ ਖਤਮ ਹੋਏਗਾ ਨਿਰਭਉ ਨੂੰ ਧਿਆ। ਜਿਨ੍ਹਾਂ ਨੇ ਨਿਰਭਉ ਨੂੰ ਧਿਆ ਲਿਆ, ਉਹਨਾਂ ਦੇ ਅੱਗੇ ਸ਼ਰਤ ਰੱਖੀ ਗਈ, ਪਿਆਰਿਆ ਦੱਸ ਇਸਲਾਮ ਕਬੂਲ ਜਾਂ ਆਰਾ ਕਬੂਲ, ਪਦਾਰਥ ਕਬੂਲ ਜਾਂ ਮੌਤ ਕਬੂਲ। ਉਹ ਕਹਿੰਦੇ ਨੇ ਪਿਆਰਿਆ ਪਦਾਰਥ ਬੜੇ ਮਾਣੇ ਨੇ, ਜ਼ਿੰਦਗੀ ਦਾ ਰਸ ਬੜਾ ਮਾਣ ਲਿਆ ਏ, ਪਰ ਆਰੇ ਦਾ ਰਸ ਨਹੀਂ ਜੇ ਮਾਣਿਆ। ਇੱਕ ਕੰਮ ਕਰ, ਮੇਰੇ ਸੀਸ ਤੇ ਆਰਾ ਵੀ ਚਲਾ, ਮੈਂ ਵੇਖਾਂ ਕਿੰਨਾ ਕੁ ਸਵਾਦ ਹੈ। ਜੇ ਸਵਾਦ ਆਇਆ ਤੇ ਆਖਾਂਗਾ ਚਲਾਉਂਦਾ ਰਹੀ, ਨਾ ਸਵਾਦ ਆਇਆ ਆਖ ਦਿਆਂਗਾ ਰੋਕ ਦੇ, ਮੈਨੂੰ ਜੀਵਨ ਪ੍ਰਵਾਨ ਹੈ। ਪਰ ਇੰਨਾ ਕੁ ਪਿਆਰਾ ਲੱਗ ਗਿਆ ਉਹ ਆਰਾ, ਤੇ ਉਹ ਇਹ ਕਹਿਣ ਲੱਗੇ ਪਿਆਰਾ, ਕਹਿੰਦੇ ਪਿਆਰਿਆ ਹੁਣ ਆਰੇ ਨੂੰ ਰੋਕ ਨਾ, ਆਰਾ ਮੈਨੂੰ ਬੜਾ ਪਿਆਰਾ ਲੱਗਦਾ ਹੈ। ਆਰਾ ਪਿਆਰਾ ਲੱਗਦਾ ਹੈ, ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਉਹ ਨਿਰਭਉ ਇੰਨੇ ਹੋ ਜਾਂਦੇ ਨੇ ਕਿ ਮੌਤ ਨੂੰ ਵੀ ਪ੍ਰਵਾਨ ਕਰ ਲੈਂਦੇ ਨੇ, ਅੰਦਰ ਮੌਤ ਦਾ ਵੀ ਡਰ ਨਹੀਂ। ਦੂਜੀ ਗੱਲ ਹਜੂਰ ਕਹਿੰਦੇ ਦੁਤਰ ਤਰੀਐ। ਕਦੇ ਸਿੱਧਾਂ ਨੇ ਆਖਿਆ ਸੀ, ਸਿੱਧਾਂ ਵਿੱਚੋਂ ਇੱਕ ਸਿੱਧ ਸਤਿਗੁਰ ਦੇ ਕੋਲ ਆਇਆ ਤੇ ਇੱਕ ਗੱਲ ਆਖੀ ਸੀ ਸਿੱਧ ਨੇ, ਕਹਿੰਦੇ ਸਤਿਗੁਰੂ ਐ ਅਵਧੂ ਨਾਨਕ ਇੱਕ ਗੱਲ ਦੱਸ। ਕੀ ਸਵਾਲ ਕੀਤਾ? ਸਿੱਧ ਗੋਸ਼ਟ ਦੀ ਬਾਣੀ ਵਿੱਚ ਹਜੂਰ ਨੇ ਇਹ ਗੱਲ ਆਖੀ, ਕਹਿੰਦੇ ਦੁਨੀਆ ਸਾਗਰ ਦੁਤਰ ਤਰੀਐ, ਕਿਉ ਕਰ ਪਾਈਐ ਪਾਰੋ, ਚਰਪਟ ਬੋਲੇ ਅਵਧੂ ਨਾਨਕ, ਦੇਹ ਸੱਚਾ ਵਿਚਾਰੋ। ਕਹਿੰਦੇ ਦੁਨੀਆ ਜਿਹੜਾ ਹੈ ਨਾ ਤਰਨ ਵਾਲਾ ਸਾਗਰ ਹੈ, ਕਿਵੇਂ ਪਾਰ ਹੋਇਆ ਜਾਏ? ਇਹ ਅਵਧੂ ਨਾਨਕ, ਇਹ ਨਾਨਕ ਜੀ ਦੱਸੋ ਮੈਨੂੰ, ਸੱਚਾ ਵਿਚਾਰ ਦਿਓ, ਪਾਰ ਕਿਵੇਂ ਹੋਵਾਂ? ਤੇ ਹਜੂਰ ਨੇ ਇੱਕ ਗੱਲ ਆਖੀ,
कहते जैसे जल में कमल निरालम मुरगाई ने साणे शब्द सुरत भव सागर तरिय नानक नाम वखाणे। प्यारिया जिवें के कमल खिड़दा जरूर है कीचड़ दे विच पर उस दियां पंखड़ियां मैलियां नहीं हुंदियां। मुरगाबी लांडी जरूर है तारियां पानी विच पर खंभ कदे गिले नहीं हुंदे। प्यारिया तू संसार दे च विचरदियां होया सुरत नूं अपने मन नूं निरंकार दे नाल जोड़ी रखी, इस संसार तो पार हो जाएगा। ए सिमरन ए सेवा तेनू संसार तो पार लंघा देगा। इस करके कहने लगे तर है दुतर, दुतर ना तर जान वाला संसार सागर तर सकदा है पर गुरु मिले है, गुरु नु मिल के एक कारज पूर्ण होणगे। रूप रंग प्यार हरस्यो हर आप कृपा धार है। सतगुरु कहंदे जदों रब कृपा करदा है, रब मेहर करदा है, फिर तेनू आत्मक रूप तेनू चढ़ जाएगा, आत्मक रंग तेरा हो जाएगा। भाव तेरा सोना रूप सोना रंग चढ़ जाएगा ते रब दे नाम दे नाल तेरी प्रीत पै जाएगी। ये रब दी बख्शिश है। रब दे नाल जुड़ना साडे वस दी गल नहीं। उद्यम कर सकते हैं, कोशिश कर सकते हैं, पर जोड़ेगा वो आप जिसनों हजूर कहते ने आप जपाए जपै सो नाओ, आप गवाए सो हर गुण गाओ। गुरु दी गोद विच आके टिके भी हाँ ते हजूर कहने लगे आपे संगत सद बहालै। आपे ही कृपा करदा है जदों अपनी संगत विच सद के बैठा लैंदा है। ये हर कृपा हर बख्शिश उस दी है। ताइयों हजूर कहंदे दाता जी साध संग जो तुम्हें मिलायो तो सुनी तुम्हारी बाणी। दाता तुसी अपनी गोद विच बैठा लिया तां तेरी बाणी दे नाल सांझ बन गई है। जे तुसी ना कृपा कर दो ते असी तुहाडी गोद विच किवें बैठ सकदे सां, नहीं सी गुरु दे चरणां दा आनंद मान सकदे। हजूर कहंदे जदों रब बख्शिश कर देंदा है फिर इस मार्ग दा मनुख पांदी बनदा है। फिर हजूर कहण ए मन मेरे आ तू क्या ले आया, क्या ले जाए सी राम। ए मना एक गल दस तू की लैके आया है ते की लैके जाएगा। असी को गल आखदे हाँ, हजूर दी बाणी भी आखदी है नांगो आवन नांगो जाना। जदों संसार दे विच आए तन करके तन ते वस्त्र नहीं सी, हथ खाली सी। जिस दिन जावांगे तन ते वस्त्र नहीं ते हथ खाली होणगे। सिकंदर वर्गे बादशाह भी इस गल नूं आखण लगे संसार तो जाण वेले कहंदे मेरी अर्थी नूं वैद कंदा देण, मेरे हथ जनाजे तो बाहर होण ताकि संसार नूं पता लगे कि वैद भी जिंदगी बचा नहीं सकदा। संसार नूं पता लगे दुनिया दा धन इकट्ठा करन वाला सिकंदर भी अज खाली हथ जा रहे हैं। भाव संसार दा धन पदार्थ हजूर कहने लगे नाल नहीं जा सकदा, पर एक कीमती दात संसार विच असीं लैके आए हाँ ते एक लैके जावांगे। लैके कीमती आए हाँ, लैके कीमती जानी है कि नहीं ये असीं अपने कर्मां दे उत्ते। हजूर ने एक गल कही प्यारिया सवासां दी पूंजी लैके आयो संसार दे विच। असीं भी आखदे हां ना भी सवासां दी पूंजी मालक ने बख्श दित्ती भी इस नूं खर्च, ये तेनू दे दित्ती इन्ने को सवास भोग लै। ते जिस दिन जावांगे कर्मां दा भार अपने नाल लैके जावांगे, कर्मां दी पूंजी अपने नाल लैके जावां। हुण ओ कर्म अपने हथ दे विच ओ चंगे ने कि माड़े ने। चंगे होणगे ते रब दी नेड़ता, माड़े होणगे रब तो दूरी। क्योंकि कर्मी आपो अपनी के नेड़ा के दूर। ताई हजूर ने क्या आपे बीज आपे ही खाओ। प्यारे ये तेरे जीवन दा मनोरथ है भी तू की बीज रहा है, खटेगा भी तू ओ। नहीं तो हजूर कहने लगे सोच क्या ले आया, क्या ले जाए सी राम, तू लैके की आया है। ख्याल रखी सवासां दी पूंजी लैके आया है, क्या ले जाए सी राम, लैके की जाएगा। रब ने तो पूछना है ना क्या तैं खटिया, कहां गवाया, की खटिया है ते की गवाया है। फिर उस रब दे दरगाह ते तेन जवाब देना पएगा।
हजूर कहने लगे ए मन मेरिया तां छुट सी, तां छुटकारा होएगा, तां मुकत हो सकता है जां भरम चुकाए सी राम, जदों भरम खत्म हो जाण। अज तां जिंदगी च भरम ही बहुत ने, गुरु ते भी भरम है, रब ते भी भरम है, कोई सेवा करदियां बाणी पढ़दियां भी भरम है भी पता नहीं गुरु दे कोल जा रहे हैं मिलना है कि नहीं, गुरु दात देगा कि नहीं, रब है कि नहीं, रब ते भी शंका है, गुरु ते भी शंका है, ते अपने आप ते भरोसा करी बैठे हैं, अपने आप ते विश्वास है। ताइयों बाबा रविदास जी नूं आखना पिया माधवे क्या कहिए भ्रम ऐसा, जैसा मानिए होए ना तैसा। भरम दे विच जीवन नूं जी रहे, हजूर कहंदे भरम मिटा, भरम नूं खत्म कर। ते भरम नूं खत्म करन दा तरीका बड़ा सोहना है, गुरु दे कोल आ जाइए। जे शंका करते रवांगे अंदर मलीनता आंदी रहेगी। गुरु अमरदास महाराज कहंदे सहसा जियो मलीन है, शंकिया दे च जिंद मलीन है। जे साफ करना है, इस भरम नूं मिटाना है, कित संयम धोता जाए। किवें धोईए? दाता कहंदे मन धोवो शब्द लागो, हर स्यों रहो चित लाए, मनु धो शब्द दे राही, शब्द दे राही धो। अंदर दी मलीनता कट क्योंकि भरी है, मत पापां कै संग ओह धोपै, नामै कै रंग। ए नाम सिमरन एहो जी ताकत है कि प्रभ कै सिमरन मन की मल जाए, अमृत नाम रिद माहे समाए। एहो जा साबण है मन दी मैल नूं कट देगा, अंदर नूं टिक जाएगा। हजूर कहंदे जदों नाम टिक गया जीवन तो मुक्त हो जाएगा, जंजालां तो छुट जाएगा। धन संच हर हर नाम वखर, गुर शब्द भाओ पछाणाए। कहंदे नाम धन नूं इकट्ठा कर, नाम दा वपार कर, गुरु दे शब्द दे राही रब दे प्यार नूं पछाण लै। तू वपारी है, पर वपारी ओ ना बन के संसार दे पदार्थ व्याजदार है। हजूर कहंदे संसार दी हालत किन्ही बंद जिया कासी तांबा, किन्ही लौंग सुपारी, पर रब दे प्यारे की बनजदे ने संतो बन जिया नाम गोबिंद का। ऐसी खेप हमारी हर के नाम के व्यापारी, हीरा हाथ चढ़िया निर्मोलक छूट गई संसारी। तय हजूर कहने लगे प्यारे हर जस वखर लै चलो, सह देखा पते आए, तेरा रब खुश होएगा भी ए जिस कारज नूं भेजिया ओ कारज करके आया है। हजूर कहने मैल पर हर शब्द निर्मल, महल घर सच जाना है। अपने अंदर दी मैल नूं कट दे, शब्द दे राही निर्मल हो। शब्द निर्मल करेगा, गुरवाक निर्मल सदा चानण, गुरु दा वचन निर्मल है, ये तेरे अंदर दी मैल नूं कटेगा। क्योंकि गुर दरियाओ सदा जल निर्मल, ते मिलिया दुरमत मैल हरै। तेरी मन दी मैल भट्ट साहिबान कहंदे हर लएगी ये निर्मल दरिया। दातार कहन लगे की कर, महल घर सच जाना है। रब दे सच्चे घर दे बाबत सदा कायम रहन वाले घर दे बाबत जान लै, ते पत नाम पावे घर सिधावे, झोल अमृत पी रसो। प्यारिया रब दे नाम नूं बार बार पी, झोल झोल के पी, हिला हिला के पी। रस दा नाम दे रस दा आनंद मान। ज्यों ज्यों रस दा आनंद मानेगा इज्जत दे नाल मालक दे दर ते पहुंचेगा। चलिया पतस्यो जन्म सवार, वाजा वायसी दी अवस्था बन जाएगी। अखीर विच दातार कहने लगा हर नाम ध्याईए, शब्द रस पाईए। प्यारिया नाम नूं ध्या, शब्द दे रस नूं प्राप्त कर, गुर शब्द नूं हिरदे विच धारण कर। वड भाग जपीए हर जसो, वडे भागां दे नाल ही मालक दे नाम नूं जपिया जा सकदा। कोई आखे मैं जप दवां, हजूर कहंदे वड्डी किस्मत जान कि गुरु ने गोद विच बैठा लिया, संगत बख्श दिती, गुरसिੱਖੀ बख्श दिती, नाम बख्श दिता, ये मनुखा जामा बख्श दिता। इस जीवन दे विच प्यारिया मालक दे सिमरन दे नाल जुड़। ए मना ज्यों ज्यों इस जीवन दे विच मालक दे नाम दे नाल जुड़ेगा, गुरु दी बख्शिश दा पात्र बनेगा, फिर मालक दा नाम
गुरु दा शब्द इस संसार तो तेरी निरंकार दी यात्रा नूं सफल बना देगा। फिर यह लोक सुखीए पर लोक सुहेले, नानक हर प्रभ आपे मेले की अवस्था बन जाएगी। सतगुरु कृपा करन ए मन गुरु नूं सौंप के जीवन नूं सवार सकीए। कोटान कोट शुकर धन श्री गुरु ग्रंथ साहिब महाराज दा, जिन्हां ने आप सेवा लई। धन्यवाद दिल्ली सिख गुरुद्वारा प्रबंधक कमेटी का, जिन्हां ने मान बख्शिया, आप संगतां दे दीदार बख्शाए। नाल ही गुरु के वजीर साहिबान, इत्थों दे हैड गंथी सिंह साहिब, ज्ञानी रंजीत सिंह और समूह होर स्टाफ का धन्यवाद। धन्यवाद आप समूह सरबत साध संगत का, जिन्हां ने मान बख्शिया। दासरे नूं आशीष बख्शो, फतेह प्रवान करो जी। वाहिगुरू जी का खालसा, वाहिगुरू जी की फतेह।